ਜਦੋਂ ਕਿਤੇ ਪ੍ਰਾਪਤੀ ਹੋਈ ਆ, ਕੁਝ ਬਣਿਆ, ਲਹੂ ਡੋਲਣਾ ਪਿਆ ਨੁਕਸਾਨ ਕਰਾਏ ਬਿਨਾ ਕਦੇ ਵੀ ਕੋਈ ਪ੍ਰਾਪਤੀ ਨਹੀਂ ਹੋਈ ਆ ਭਾਈ ਜੀ। ਇਹ ਸਭ ਕੁਝ ਝੱਲਣਾ ਪਊਗਾ। ਇੱਥੇ ਜੇਲਾਂ ਵੀ ਕੱਟਣੀਆਂ ਪੈਣੀਆਂ। ਇੱਥੇ ਸਾਡਾ ਹੋ ਸਕਦਾ ਇੱਥੇ ਜਿਹੜੇ ਸਾਡੇ ਬੰਦੇ ਸਾਨੂੰ ਛੱਡ ਜਾ ਰਹੇ ਆ, ਸਾਨੂੰ ਉਹਨਾਂ ਦਾ ਵੀ ਦੁੱਖ ਝੱਲਣਾ ਪੈਣਾ। ਸਿੱਧੂ ਨੇ ਮੋਰਚੇ ਨੂੰ ਡੈਮੇਜ ਕੀਤਾ ਸੀ। ਦੀਪ ਸਿੱਧੂ ਮੰਨਦੇ ਹੋ ਕਿ ਮੋਰਚੇ ਨੂੰ ਦੀਪ ਸਿੱਧੂ ਨੇ ਢਾਹ ਲਾਈ ਜਾਂ ਡੈਮੇਜ ਕਰਦੇ ਹੋ? ਐਡਾ ਵੱਡਾ ਵਹਿਣ, ਉਸ ਵਹਿਣ 'ਚ ਉਸ ਫਲੋ 'ਚ ਕੀ ਵਾਪਰਨਾ ਹੁੰਦਾ, ਉੱਥੇ ਦੀਪ ਸਿੱਧੂ ਹੁੰਦਾ ਕਿ ਨਾ ਹੁੰਦਾ, ਕੋਈ ਫਰਕ ਨਹੀਂ ਸੀ। ਉਹ ਸਾਰਾ ਵਰਤਾਰਾ ਉਵੇਂ ਹੀ ਵਾਪਰਨਾ ਸੀ। ਐਵੇਂ ਵੀ ਲੱਗਦੇ ਸੀ ਨਾ, ਦੀਪ ਸਿੱਧੂ ਤਾਂ ਆਰਐਸਐਸ ਦਾ ਬੰਦਾ। ਪੁਰਾਣੀਆਂ ਫੋਟੋਆਂ ਤੁਹਾਡੀਆਂ ਚੱਕ ਕੇ ਸਨੀ ਦਿਓਲ ਦੇ ਨਾਲ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ, ਸਾਰੀਆਂ ਫੋਟੋਆਂ ਪੁਰਾਣੀਆਂ ਚੱਕ ਕੇ ਕਹਿੰਦੇ ਦੀਪ ਸਿੱਧੂ ਤਾਂ ਆਰਐਸਐਸ ਦਾ ਬੰਦਾ। ਇਸੇ ਕਰਕੇ ਉਹਨਾਂ ਨੇ ਪਲਾਨ ਕਰਕੇ ਪਲਾਂਟ ਕਰਤਾ ਸੀਗਾ ਦੀਪ ਸਿੱਧੂ ਮੋਰਚੇ ਦੇ ਵਿੱਚ, ਤੰਬੂ ਵੀ ਲਵਾਤਾ। ਗੱਲ ਆਈ ਆ ਵੀ ਇੱਕ ਬੰਦਾ ਪਲਾਂਟ ਕਰਕੇ ਸਾਰੇ ਮੋਰਚੇ ਨੂੰ ਢਾਹ ਲਾ ਜੂ। ਇਹ ਤੁਹਾਡੇ ਸਿੱਖੀ ਦੇ ਕਰਮ ਨੇ। ਚੰਗੇ ਕਰੋਗੇ ਪੁੱਤਰੋ, ਅੱਗੇ ਵਧੋਗੇ। ਇਹ ਮੋਦੀ ਮਾੜੇ ਕਰ ਰਿਹਾ ਹੈ। ਮੋਦੀ ਮਾੜਾ ਵੀ ਬੂਝ ਰਿਹਾ ਦਿੱਲੀ 'ਚ। ਬਾਹਰ ਦੇ ਲੋਕ ਸਾਡਾ ਤਮਾਸ਼ਾ ਵੇਖਣ ਡਏ ਨੇ। ਉੱਥੇ ਜਿਹੜਾ ਮਾਹੌਲ ਬਣਿਆ, ਉਹ ਮਾਹੌਲ ਕਿਉਂ ਬਣਿਆ? ਦੀਪ ਸਿੱਧੂ ਹੁਣਾਂ ਨੂੰ ਕਿਉਂ, ਕੀ ਲੱਗਦਾ ਉੱਥੇ ਜਿਹੜੀ ਘਟਨਾ ਹੋਈ, ਟਕਰਾਅ ਜਿਹੜਾ ਹੋਇਆ, ਉਹ ਕਿਉਂ ਹੋਇਆ? ਕੀ ਲੱਗਦਾ ਫਿਰ? ਟਕਰਾਅ ਤਾਂ ਪੁਲਿਸ ਦੀ ਗਲਤੀ ਸੀ ਜੀ। ਤੁਸੀਂ ਦੇਖੋ, ਇੰਨੇ ਸਾਡੇ ਬੰਦੇ ਦਿੱਲੀ ਗਏ, ਕੋਈ ਦੁਕਾਨ ਲੁੱਟੀ, ਕੋਈ ਘਰ ਲੁੱਟਿਆ, ਕਿਸੇ ਹੋਰ ਤਰ੍ਹਾਂ ਦਾ ਅਸੀਂ ਨੁਕਸਾਨ ਕੀਤਾ। ਉੱਥੇ ਜਿਹੜੇ ਦਿੱਲੀ 'ਚ ਰਹਿਣ ਵਾਲੇ ਨਾਗਰਿਕ ਆ, ਉਹ ਤਾਂ ਸਾਨੂੰ ਫੁੱਲ ਸਿੱਟ ਬੁਲਾ ਰਹੇ ਆ। ਜਦੋਂ ਵੀ ਕਿਤੇ ਆਪਾਂ 17 ਸੈਕਟਰ ਦੀ ਮਾਰਕੀਟ ਜਾਂਦੇ ਆ, ਸ਼੍ਰੀ ਸਾਹਿਬ ਹੱਥ 'ਚ ਹੋਣੀ ਤੇ ਬਾਬਾ ਜੀ ਨੇ ਉੱਥੇ ਫਿਰਦੇ ਹੋਣਾ, ਬਾਣੇ 'ਚ ਫਿਰਦੇ ਹੋਣਾ। ਇਹ ਜਿਹੜਾ ਜਜ਼ਬਾ ਨਾ, ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜੀਆਂ ਲੀਹਾਂ ਇਹਨਾਂ ਨੇ ਖਿੱਚਤੀਆਂ, ਅਸੀਂ ਉਹੀ ਦੇਖ ਮਗਰ ਹੋਈ ਜਾਂਦੇ ਆ। ਮੋਦੀ ਸਰਕਾਰ ਨੇ 3 ਕਾਨੂੰਨ ਬਣਾਏ ਆ, ਉਹਨਾਂ ਨੂੰ ਰੱਦ ਕਰੋ। ਹੁਣ ਤਾਂ ਸਾਨੂੰ ਸਾਲ ਦੇ ਨੇੜੇ ਹੋ ਗਿਆ, ਅਸੀਂ ਸਰਦੀਆਂ ਵੀ ਹੰਢਾਲੀਆਂ, ਗਰਮੀਆਂ ਵੀ ਹੰਢਾਲੀਆਂ, ਮੀਂਹਾਂ 'ਚ ਵੀ ਬੈਠੇ ਆ। ਜਦੋਂ ਦਾ ਕਿਸਾਨੀ ਅੰਦੋਲਨ ਚੱਲ ਰਿਹਾ, ਕਿਸਾਨ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਬੈਠੇ ਨੇ, ਤਾਂ ਬਾਪੂ ਲਾਭ ਸਿੰਘ ਹੁਣਾਂ ਨੇ ਵੀ ਚੰਡੀਗੜ੍ਹ ਦੇ ਮਟਕਾ ਚੌਂਕ 'ਚ ਡੇਰਾ ਲਾਇਆ ਔਰ ਮਟਕਾ ਚੌਂਕ ਦਾ ਨਾਮ ਹੁਣ ਬਾਪੂ ਲਾਭ ਸਿੰਘ ਦੇ ਨਾਮ ਤੇ ਹੀ ਹੋ ਗਿਆ। ਬਾਪੂ ਲਾਭ ਸਿੰਘ ਦੇ ਨਾਮ ਤੇ ਹੀ ਚੌਂਕ ਨੂੰ ਜਾਣਿਆ ਜਾਂਦਾ। ਇੱਥੇ ਲਗਾਤਾਰ ਬੈਠੇ ਨੇ ਲੰਬੇ ਸਮੇਂ ਤੋਂ। ਸੁਖਬੀਰ ਬਾਦਲ ਹੁਣੀ ਵੀ ਆਏ ਸੀ ਔਰ ਹੁਣ ਦੀਪ ਸਿੱਧੂ ਹੁਣੀ ਆਏ ਨੇ ਬਾਪੂ ਲਾਭ ਸਿੰਘ ਹੁਣਾਂ ਦੇ ਕੋਲ। ਬਾਪੂ ਜੀ, ਕਿਸ ਤਰ੍ਹਾਂ ਦੇਖਦੇ ਹੋ? ਲੰਬੇ ਸਮੇਂ ਤੋਂ ਅੰਦੋਲਨ ਚੱਲ ਰਿਹਾ। ਬਾਈ ਤੁਹਾਡੇ ਨਾਲ ਵੀ ਗੱਲ ਕਰਦਾ। ਬਾਪੂ ਜੀ ਹੁਣਾਂ ਨੂੰ ਮਿਲਣ ਵਾਸਤੇ ਆਏ ਸੀ, ਹੌਸਲਾ ਅਫਜ਼ਾਈ ਵਾਸਤੇ? ਨਹੀਂ ਜੀ, ਹੌਸਲਾ ਅਫਜ਼ਾਈ ਤਾਂ ਸਾਨੂੰ ਬਾਬਾ ਜੀ ਤੋਂ ਮਿਲਦੀ ਆ। ਦੇਖੋ, ਇਹਨਾਂ ਨਾਲ ਪੰਜਵਾਂ ਧਰਨਾ ਬਾਬਾ ਜੀ, 5 ਸੰਘਰਸ਼ ਜ਼ਿੰਦਗੀ 'ਚ ਕੀਤੇ ਹੋਣ ਤੇ ਫਿਰ ਲੰਬੇ ਸਮੇਂ ਤੋਂ ਤੁਸੀਂ ਦੇਖੋ, ਜਦੋਂ ਵੀ ਕਿਤੇ ਆਪਾਂ 17 ਸੈਕਟਰ ਦੀ ਮਾਰਕੀਟ ਜਾਂਦੇ ਆ, ਸ਼੍ਰੀ ਸਾਹਿਬ ਹੱਥ 'ਚ ਹੋਣੀ ਤੇ ਬਾਬਾ ਜੀ ਨੇ ਉੱਥੇ ਫਿਰਦੇ ਹੋਣਾ, ਬਾਣੇ 'ਚ ਫਿਰਦੇ ਹੋਣਾ। ਇਹ ਜਿਹੜਾ ਜਜ਼ਬਾ ਨਾ, ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜੀਆਂ ਲੀਹਾਂ ਇਹਨਾਂ ਨੇ ਖਿੱਚਤੀਆਂ, ਅਸੀਂ ਉਹੀ ਦੇਖ ਮਗਰ ਹੋਈ ਜਾਂਦੇ ਆ ਵੀ ਆਹ ਲੀਹ ਸਾਡੇ ਬਜ਼ੁਰਗਾਂ ਨੇ ਖਿੱਚੀ ਆ। ਸੋ ਹੌਸਲਾ ਅਫਜ਼ਾਈ ਤਾਂ ਇੱਥੋਂ ਮਿਲਦੀ ਆ ਜੀ। ਔਰ ਜਦੋਂ ਇੱਥੇ ਬੈਠੇ ਦੇਖੋ ਤੁਸੀਂ ਕਿਸ ਤਰ੍ਹਾਂ ਹਰ ਬੰਦਾ ਇਕਨੋਲੇਜ ਕਰਕੇ ਲੰਘਦਾ, ਇਹਦਾ ਮਤਲਬ ਕਿੱਡੀ ਵੱਡੀ ਜਾਗਰਤਾ ਫਲਾਈ ਆ ਬਾਬਾ ਜੀ ਨੇ, ਕਿੱਡੀ ਵੱਡਾ ਨੈਰੇਟਿਵ ਇਹ ਲੋਕਾਂ ਤੱਕ ਪਹੁੰਚਾਇਆ ਵੀ ਸਾਡਾ ਸੰਘਰਸ਼ ਚੱਲ ਰਿਹਾ। ਅਸੀਂ ਆਪਦੀ ਹੋਂਦ ਦੀ ਲੜਾਈ ਲੜੀ ਜਾਂਦੇ ਆ, ਕਿਸਾਨ ਆਪਦੇ ਹੋਂਦ ਦੀ ਲੜਾਈ ਲੜੀ ਜਾਂਦਾ। ਸੋ ਇਸ ਸੰਘਰਸ਼ ਦੇ ਪਿੱਛੇ ਸਰਕਾਰ ਨੇ, ਸੈਂਟਰ ਸਰਕਾਰ ਨੇ, ਜਿਹੜੇ ਮੋਦੀ ਸਰਕਾਰ ਨੇ 3 ਕਾਨੂੰਨ ਬਣਾਏ ਆ, ਉਹਨਾਂ ਨੂੰ ਰੱਦ ਕਰੋ। ਹੁਣ ਤਾਂ ਸਾਨੂੰ ਸਾਲ ਦੇ ਨੇੜੇ ਹੋ ਗਿਆ, ਅਸੀਂ ਸਰਦੀਆਂ ਵੀ ਹੰਢਾਲੀਆਂ, ਗਰਮੀਆਂ ਵੀ ਹੰਢਾਲੀਆਂ, ਮੀਂਹਾਂ 'ਚ ਵੀ ਬੈਠੇ ਆ। ਤੁਸੀਂ ਵੇਖੋ ਹੈ ਨਾ, ਹਨੇਰੀਆਂ ਵੀ ਵਗ ਗਈਆਂ। ਸੋ ਇਹ ਜਿਹੜੇ ਜਜ਼ਬੇ ਦੀ, ਇਹਨੂੰ ਸਲਾਮ, ਇਹਨੂੰ ਨਤਮਸਤਕ ਹੋਣਾ ਬਣਦਾ ਜੀ। ਇਹੀ ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਸਾਡੇ ਅੰਦਰ ਚਿਣਗ ਲਾਈ ਸੀ, ਉਹੀ ਲਈ ਫਿਰਦੀ ਹੈ ਸਾਨੂੰ। ਬਾਪੂ ਜੀ, ਕਿੱਦਾਂ ਦੇਖਦੇ ਹੋ? ਲਗਾਤਾਰ ਆ ਰਹੇ ਨੇ, ਸੁਖਬੀਰ ਬਾਦਲ ਹੁਣੀ ਵੀ ਆਏ ਤੁਹਾਡੇ ਕੋਲ, ਹੁਣ ਦੀਪ ਸਿੱਧੂ ਹੁਣੀ ਵੀ ਆਏ ਨੇ। ਕਿਸ ਤਰ੍ਹਾਂ ਦਾ ਲੱਗਦਾ? ਚੌਂਕ ਦਾ ਨਾਮ ਹੀ ਮਟਕਾ ਚੌਂਕ ਬਦਲ ਕੇ ਗੂਗਲ ਨੇ ਤਾਂ ਹੁਣ ਬਾਪੂ ਲਾਭ ਸਿੰਘ ਚੌਂਕ ਹੋ ਗਿਆ ਇਹ। ਇੱਕ ਚੀਜ਼ ਹੈ ਬਾਬਾ ਜੀ, ਇੱਕ ਚੀਜ਼ ਹੈ, ਇਹ ਸਾਡੇ ਵੱਡੇ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ, ਜਿਹੜਾ ਉਹਦਾ ਹੁਕਮ ਹੈ, ਉਹਨੂੰ ਨਾ ਕੋਈ ਰੋਕਣ ਵਾਲਾ ਜੰਮਿਆ ਹੈ, ਨਾ ਇਸ ਦੇਸ਼ ਦੇ ਵਿੱਚ ਜੰਮੇਗਾ। ਕਿਉਂ? ਇਸ ਦੇਸ਼ ਨੂੰ ਸਾਰੇ ਲੁੱਟ ਕੇ ਲੈ ਜਾਂਦੇ ਸਨ। ਜਿੱਦਣ ਦੀ ਤੁਸੀਂ ਨੌਜਵਾਨੀ ਫੌਜ ਲਾਈ ਹੈ, ਫਿਰ ਉਹਨਾਂ ਰੋਕ ਕੇ ਰੱਖਿਆ, ਉਹਨਾਂ ਨੂੰ ਲੁੱਟਿਆ। ਹੁਣ ਇਹ ਤੁਹਾਡੇ ਸਿੱਖੀ ਦੇ ਕਰਮ ਨੇ।
ਚੰਗੇ ਕਰੋਗੇ ਪੁੱਤਰੋ ਅੱਗੇ ਵਧੋਗੇ। ਇਹ ਮੋਦੀ ਮਾੜੇ ਕਰ ਰਿਹਾ ਹੈ। ਮੋਦੀ ਮਾੜਾ ਵੀ ਬੂਝ ਰਿਹਾ ਦਿੱਲੀ 'ਚ। ਬਾਹਰ ਦੇ ਲੋਕ ਸਾਡਾ ਤਮਾਸ਼ਾ ਵੇਖਣ ਡਏ ਨੇ। ਕਿਉਂ? ਉਹਨੇ ਪੜ੍ਹਾਈ ਇੰਨੀ ਕੁ ਕੀਤੀ ਏ। ਉਹਨੂੰ ਗੁਰਦੁਆਰਿਆਂ ਦਾ, ਉਹਨੂੰ ਮੰਦਰਾਂ ਦਾ, ਉਹਨੂੰ ਮਸੀਤਾਂ ਦਾ ਨਹੀਂ ਪਤਾ। ਉਹ ਅੱਜ ਅੰਗਰੇਜ਼ੀ ਦੇ ਨਸ਼ੇ 'ਚ ਅੰਨਾ ਹੋ ਚੁੱਕਾ ਹੈ। ਜਿੱਦਣ ਉਹਦੀ ਬੁੱਧੀ ਠੀਕ ਕੀਤੀ ਤੁਸੀਂ, ਉਦੋਂ ਉਹਨੂੰ ਅਕਲ ਆਵੇਗੀ। ਸਿੱਖ ਕੌਣ ਹੁੰਦਾ ਹੈ? ਸਿੱਖ ਇੱਕ ਦੇਸ਼ ਦਾ ਪਹਿਰੇਦਾਰ ਹੁੰਦਾ। ਸਾਡੇ ਗੁਰੂ ਨੇ ਸਾਨੂੰ ਪਹਿਰੇਦਾਰ ਬਣਾਇਆ। ਉਹ ਜ਼ਾਲਮ ਬਣਨ ਵਾਸਤੇ ਦਿੱਲੀ ਨਹੀਂ ਬੈਠੇ, ਉਹ ਦੇਸ਼ ਦੀ ਸਿੱਧੀ ਪਲਟਣ ਵਾਸਤੇ ਬੈਠੇ ਹੋਏ ਨੇ। ਉਹ ਝੂਠ ਤੇ ਸੱਚ ਦੀ ਜੰਗ ਹੈ। ਦਿੱਲੀ ਦੇ ਅੰਦਰ ਲਿਖਾਰੀਆਂ ਦੇ ਕੁੰਡੀਆਂ ਦੇ ਸਿੰਘ ਵੱਧ ਕੇ ਕੋਈ ਨਿਤਰੇਗੀ ਬੜੇ ਵੇ ਖਾਣੇ। ਉਹ ਮੇਰਿਓ ਸੱਜਣੋ, ਕੋਈ ਨਾ ਜੰਮਿਆ ਸੱਚ ਨੂੰ ਜਿੱਤਣ ਵਾਲਾ ਨਾ ਜਿੱਤੇਗਾ। ਅੱਜ ਲਾਣ ਹੋ ਜਾਏ ਕੱਲ ਹੋ ਜਾਏ, ਮੈਨੂੰ ਨਹੀਂ ਇਸ ਗੱਲ ਦਾ ਪਤਾ। ਉਹ ਚਾਬੀ ਮਾਲਕ ਦੇ ਕੋਲ ਉਹਨੇ ਜਦੋਂ ਲਾਣੀ ਉਸ। ਕਿਸ ਤਰ੍ਹਾਂ ਦੇਖਦੇ ਹੋ ਬਜ਼ੁਰਗਾਂ ਦਾ ਹੌਸਲਾ? ਡਟ ਕੇ ਬੈਠੇ ਆ। 500 ਤੋਂ ਵੱਧ ਸ਼ਹਾਦਤਾਂ ਹੋ ਗਈਆਂ। ਬਾਪੂ ਹੁਣੀ ਵੀ ਲਗਾਤਾਰ ਝੱਖੜ, ਹਨੇਰੀ, ਮੀਂਹ ਦੇ ਵਿੱਚ ਵੀ ਡਟ ਕੇ ਇੱਥੇ ਇਸੇ ਚੌਂਕ ਤੇ ਬੈਠੇ ਰਹਿੰਦੇ ਆ। ਬਾਈ ਅਸੀਂ ਇੱਕ ਗੱਲ ਦੇਖੀਏ, ਜਦੋਂ ਵੀ ਕਿਤੇ ਇਤਿਹਾਸ ਸਾਡੇ ਕੋਲੇ ਬਹੁਤ ਲੰਬੇ ਸਮੇਂ ਤੋਂ ਸਾਡੇ ਕੋਲੇ ਪਿਆ। ਜਦੋਂ ਕਿਤੇ ਪ੍ਰਾਪਤੀ ਹੋਈ ਆ, ਕੁਝ ਬਣਿਆ, ਲਹੂ ਡੋਲਣਾ ਪਿਆ ਨਾ। ਉਸੇ ਤਰ੍ਹਾਂ ਹੁਣ ਵੀ ਕਿਸਾਨੀ ਸੰਘਰਸ਼ 'ਚ 550 ਸ਼ਹਾਦਤਾਂ ਉੱਥੇ ਹੋ ਗਈਆਂ। ਪਰ ਇੱਕ ਨਵਰੀਤ ਦੀ ਸ਼ਹਾਦਤ ਨੇ ਕਿੱਡਾ ਵੱਡਾ ਇੱਕ ਉੱਥੇ ਵਹਿਣ ਹੀ ਵਹਾਤਾ ਸੀ, ਹਨਾ। ਇਸ ਲਈ ਅਸੀਂ ਜਿਹੜੀ ਅੱਜ ਸੰਘਰਸ਼ ਦੀ ਜਿਹੜਾ ਸਾਡਾ ਵੇਗ ਆ, ਜਿਹੜਾ ਸੰਘਰਸ਼ ਲੜ ਰਹੇ ਹਾਂ, ਪਹਿਲੀ ਗੱਲ ਅਸੀਂ ਇਹ ਕਹੀਏ ਵੀ ਸਾਡਾ ਨੁਕਸਾਨ ਨਹੀਂ ਹੋਊਗਾ। ਨੁਕਸਾਨ ਕਰਾਏ ਬਿਨਾਂ ਕਦੇ ਵੀ ਕੋਈ ਪ੍ਰਾਪਤੀ ਨਹੀਂ ਹੋਈ ਆ। ਫਿਰ ਤਾਂ ਸਾਡੇ ਗੁਰੂ ਸਾਡੇ ਤੇ ਘੱਲੂ ਘਾਰੇ ਹੋਏ, ਸਾਡੇ ਗੁਰੂ ਲੜਦੇ ਰਹੇ, ਸਾਡੇ ਸ਼ਹੀਦ ਸਿੰਘ ਜਿਨ੍ਹਾਂ ਦੇ ਅੱਜ ਪਹਿਰੇ 'ਚ ਅਸੀਂ ਫਿਰਦੇ ਹਾਂ, ਫਿਰ ਤਾਂ ਉਹ ਐਵੇਂ ਹੀ ਲੜੀ ਗਏ। ਸੋ ਇਸ ਕਰਕੇ ਬਾਈ ਜੀ ਇਹ ਸਭ ਕੁਝ ਝੱਲਣਾ ਪਊਗਾ। ਇੱਥੇ ਜੇਲ੍ਹਾਂ ਵੀ ਕੱਟਣੀਆਂ ਪੈਣੀਆਂ। ਇੱਥੇ ਸਾਡਾ ਹੋ ਸਕਦਾ ਇੱਥੇ ਜਿਹੜੇ ਸਾਡੇ ਬੰਦੇ ਸਾਨੂੰ ਛੱਡ ਜਾ ਰਹੇ ਆ, ਸਾਨੂੰ ਉਹਨਾਂ ਦਾ ਵੀ ਦੁੱਖ ਝੱਲਣਾ ਪੈਣਾ। ਪਰ ਆਹ ਜਿਹੜਾ ਹੌਸਲਾ ਤੇ ਸਰਬੱਤ ਦੇ ਭਲੇ ਦੀ ਗੱਲ ਬਾਬਾ ਜੀ ਨੇ ਕੀਤੀ ਆ, ਬਸ ਇਹੀ ਤਾਂ ਲਈ ਫਿਰਦੇ ਆ ਅਸੀਂ ਅੰਦਰ, ਹਨਾ। ਇਹ ਜਿਹੜਾ ਖੂਨ ਇਹ ਵਿਅਰਥ ਵੀ ਨਹੀਂ ਜਾਂਦਾ। ਜਿਹੜਾ ਅੱਜ ਸ਼ਹਾਦਤਾਂ ਹੋ ਰਹੀਆਂ, ਜਿਹੜਾ ਕਿਤੇ ਖੂਨ ਦਾ ਕਤਰਾ ਡੁੱਲ ਰਿਹਾ ਨਾ, ਇਹਨੇ ਆਉਣ ਵਾਲੀ ਪੀੜ੍ਹੀ ਨੂੰ ਜਗਾਉਣਾ ਹੁੰਦਾ। ਇਹ ਵਾਕਈ ਧਰਮ ਤੇ ਝੂਠ ਦੀ ਲੜਾਈ ਆ, ਇਹ ਸੱਚ ਤੇ ਝੂਠ ਦੀ ਧਰਮ ਯੁੱਧ ਹੀ ਆ। ਧਰਮ ਯੁੱਧਾਂ 'ਚ ਤੁਸੀਂ ਵੇਖੋ ਜਿਹੜੇ ਰਹਿਬਰ ਵੀ ਹੋਏ ਆ, ਜਦੋਂ ਕਿਤੇ ਧਰਮ ਯੁੱਧ ਹੁੰਦੇ ਸੀ, ਉਹ ਤਾਂ ਮਹਾਮਾਰੀ ਵੀ ਫੈਲਾ ਕੇ ਮਾੜੇ ਬੰਦੇ ਨੂੰ ਮਰਵਾ ਸਕਦੇ ਸੀ। ਪਰ ਧਰਮ ਦੀ ਸਥਾਪਨਾ ਵਾਸਤੇ ਇਨਸਾਨੀਅਤ ਨੂੰ ਕਿਤੇ ਨਾ ਕਿਤੇ ਕੋਈ ਸ਼ਹਾਦਤ, ਕੋਈ ਕੁਰਬਾਨੀ ਦੇਣੀ ਪੈਂਦੀ ਆ। ਇਹ ਸਾਡੇ ਇਤਿਹਾਸ 'ਚ ਪਿਆ। ਅਸੀਂ ਉੱਥੋਂ ਹੀ ਆਪਦੇ ਇਤਿਹਾਸ ਤੋਂ ਹੀ ਗੱਲਾਂ ਸਿੱਖਣੀਆਂ ਹੁੰਦੀਆਂ। ਸੋ ਕੋਈ ਨਹੀਂ, ਡਟੇ ਰਹੀਏ, ਹੌਸਲੇ ਨਾਲ ਇੱਕ ਰਹੀਏ। ਤੇ ਇਸ ਸਰਕਾਰ ਨੇ ਵੀ ਝੁਕਣਾ, ਵੱਡੇ ਝੁਕੇ ਆ, ਵੱਡੀਆਂ ਰਿਆਸਤਾਂ ਝੁਕੀਆਂ। ਸੋ ਕੋਈ ਐਡੀ ਗੱਲ ਨਹੀਂ। ਨੁਕਸਾਨ ਦਾ ਜ਼ਿਕਰ ਕੀਤਾ, ਨੁਕਸਾਨ ਤਾਂ ਆਲਰੇਡੀ ਬਹੁਤ ਹੋ ਗਿਆ। ਇੰਨੀਆਂ ਸ਼ਹਾਦਤਾਂ, 550 ਤੋਂ ਵੱਧ ਕਿਸਾਨਾਂ ਦੀ ਜਾਨ ਚਲੀ ਗਈ। ਔਰ ਫਿਰ ਦੂਸਰੀ ਗੱਲ, ਕਰੋੜਾਂ ਰੁਪਏ ਦਾ ਡੀਜ਼ਲ, ਪੈਟਰੋਲ, ਹੋਰ ਬਹੁਤ ਸਾਰੇ ਨੁਕਸਾਨ। ਇਸ ਤੋਂ ਵੱਡਾ ਨੁਕਸਾਨ ਫਿਰ ਦੂਜੀ ਗੱਲ, ਜਿਹੜਾ ਕਿਸਾਨ ਆਪਦੇ ਖੇਤ ਛੱਡ ਕੇ ਰਿਸ਼ਤੇਦਾਰੀ 'ਚ ਨਹੀਂ ਜਾਂਦਾ ਸੀ, ਉਹ ਕਿਸਾਨ ਤਾਂ ਵਿਚਾਰਾ ਬਾਰਡਰਾਂ ਤੇ ਬੈਠਾ। ਹੋਰ ਕਿੰਨਾ ਕੁ ਨੁਕਸਾਨ ਲੱਗਦਾ? ਕੀ ਨੁਕਸਾਨ? ਬਾਈ ਜੀ ਗੱਲ ਆਏ ਆ, ਤੁਸੀਂ ਗੱਲ ਵੀ ਤਾਂ ਇਨਕਲਾਬ ਦੀ ਕਰ ਰਹੇ ਹੋ ਨਾ। ਅੱਜ ਤੱਕ ਜੋ ਵਾਪਰਿਆ ਨਹੀਂ ਉਹ ਵਾਪਰਨ ਜਾ ਰਿਹਾ ਨਾ। ਸੋ ਇਨਕਲਾਬ ਕੋਈ ਚੰਡੀਗੜ੍ਹ ਕਿਸੇ ਅੰਬ ਦੇ ਦਰਖਤ ਤੇ ਲੱਗਿਆ ਅੰਬ ਥੋੜੀ ਆ ਵੀ ਐਂ ਡਿੱਗ ਪੂਗਾ ਜਾਂ ਅਸੀਂ ਲਾਹ ਲਿਆਵਾਂਗੇ। ਸੋ ਇਨਕਲਾਬ ਜਿਹੜਾ ਇਸ ਵੇਲੇ ਅਸੀਂ ਦੇਖ ਰਹੇ ਹਾਂ, ਜਿਸ ਤਰ੍ਹਾਂ ਦਾ ਆਉਣ ਵਾਲਾ ਪੂਰਾ ਢਾਂਚਾ ਹੀ ਅਸੀਂ ਦੇਖ ਰਹੇ ਹਾਂ ਬਣਤਰ, ਤੇ ਅਸੀਂ ਬਹੁਤ ਵੱਡੀ ਲੜਾਈ ਲੜ ਰਹੇ ਹਾਂ। ਇਹ ਲੜਾਈ ਸਿਰਫ ਮੋਦੀ ਸਰਕਾਰ ਤੱਕ ਸੀਮਤ ਨਹੀਂ ਆ, ਇਹਦੀਆਂ ਜੜ੍ਹਾਂ ਤਾਂ ਕਿਤੇ ਅਮਰੀਕਾ 'ਚ ਜਾ ਕੇ ਪਈਆਂ। ਨਿਊ ਵਰਲਡ ਆਰਡਰ ਦੀ ਜੇ ਆਪਾਂ ਹੁਣ ਥੋੜ੍ਹੀ ਜਿਹੀ ਇੰਟਲੈਕਚੁਅਲ ਗੱਲ ਕਰੀਏ ਇੱਥੇ, ਤਾਂ ਅਸੀਂ ਐਕਚੁਅਲੀ ਨਿਊ ਵਰਲਡ ਆਰਡਰ ਦੇ ਅਗੇਂਸਟ ਲੜ ਰਹੇ ਹਾਂ। ਔਰ ਪੰਜਾਬ ਇੱਥੋਂ ਦੇ ਸੰਘਰਸ਼ੀ ਬੰਦਿਆਂ ਨੇ ਉਹਦੇ ਦੁਨੀਆ 'ਚ ਸਭ ਕਿਤੇ ਜਿੱਤ ਚੁੱਕੇ। ਉਹ ਅਸੀਂ ਆ ਕੇ ਉਹਦੇ ਮੂਹਰੇ ਖੜ ਗਏ, ਤੇ ਅਸੀਂ ਖੜ ਕੇ ਇੱਕ ਇਹੋ ਜਿਹੀ ਕੰਧ ਬਣਾਤੀ ਵੀ ਆਹ ਖੜੇ ਆ। ਹੁਣ ਇੱਥੇ ਜਦੋਂ ਕਹਿੰਦੇ ਆ ਨਾ, ਹੁਣ ਤਾਂ ਅਣਖ ਦੀ ਲੜਾਈ ਰਹਿ ਗਈ। ਸੋ ਗੱਲ ਇਹੀ ਆ, ਜਦੋਂ ਆਪਦੀ ਹੋਂਦ ਦੀ ਲੜਾਈ ਲੜਨੀ ਆ ਬਾਈ, ਬੜਾ ਕੁਛ 8 ਮਹੀਨੇ 20 ਦਿਨਾਂ ਦਾ ਘੇਰਾ ਤਾਂ ਸਿਰਫ ਅਨੰਦਪੁਰ ਸਾਹਿਬ ਦੇ ਕਿਲੇ ਦਾ ਸੀ।
ਤੇ ਬਾਹਰ 10 ਲੱਖ ਤੋਂ ਉੱਤੇ ਫੌਜ। ਤੁਸੀਂ ਸੋਚੋ। ਸੋ ਸਾਡੇ ਕੋਲੇ ਤਾਂ ਬਹੁਤ ਵੱਡੀਆਂ ਐਗਜ਼ਾਮਪਲਸ ਪਈਆਂ। ਇੱਥੇ ਤਾਂ ਅਸੀਂ ਚੰਗੀ ਰੋਟੀ ਖਾਂਦੇ ਆ, ਸਾਡੇ ਲੰਗਰ ਚੱਲਦੇ ਆ, ਬੜਾ ਕੁਝ ਹੋ ਰਿਹਾ। ਉੱਥੇ ਕੀ ਸੀ, ਪਾਣੀ ਗਏ ਲੈਣ ਗਏ, ਸਿੰਘਾਂ ਦੀਆਂ ਵੀ ਸ਼ਹਾਦਤਾਂ ਹੋ ਜਾਂਦੀਆਂ ਸੀ, ਪਾਣੀ ਵੀ ਨਹੀਂ ਭਰਨ ਦਿੰਦੇ ਸੀ ਅਗਲੇ। ਉਹ ਕਿਵੇਂ ਭੁੱਖੇ ਰਹੇ, ਕਿਵੇਂ ਉਹਨਾਂ ਨੇ ਰਾਤਾਂ ਕੱਟੀਆਂ, ਕਿਵੇਂ ਉਹਨਾਂ ਨੇ ਹਾਥੀਆਂ ਦੇ ਮੱਥੇ ਮੋੜੇ। ਸੋ ਸਾਡੇ ਕੋਲੇ ਬੜਾ ਸਾਡਾ ਮਾਣਮੱਤਾ ਇਤਿਹਾਸ ਪਿਆ, ਉੱਥੋਂ ਹੀ ਗੱਲਾਂ ਸਿੱਖਣੀਆਂ ਅਸੀਂ। ਦੀ ਘਟਨਾ ਤੋਂ ਬਾਅਦ ਉੱਥੇ ਵੀ ਕਿਸਾਨਾਂ ਨਾਲ ਕਈਆਂ ਨਾਲ ਗੱਲ ਹੋਈ, ਨੌਜਵਾਨ ਸੀ, ਕਹਿੰਦੇ ਇਸ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਜਿਹੜੀ ਗੱਲ ਦਾ ਕਿ ਪਾਣੀ ਲੈਣ ਗਏ, ਜਲ ਲੈਣ ਗਿਆ ਦੀਆਂ ਵੀ ਸ਼ਹਾਦਤਾਂ ਹੋ ਗਈਆਂ, ਉਹ ਕਹਿੰਦੇ ਇਸ ਤਾਂ ਜਲ ਦੀ ਸੇਵਾ ਕਰ ਰਹੇ ਸੀ, ਸਾਡੇ ਤੇ ਪਰਚੇ ਪਾ ਦਿੱਤੇ ਗਏ। ਜੀ ਐਂ ਹੁੰਦਾ ਦੇਖੋ, ਉਹੀ ਹੈ ਨਾ ਗੱਲ। ਸਰਕਾਰ ਕੀ ਕਰਦੀ ਆ, ਦੇਖੋ ਸਰਕਾਰ ਇੱਕ ਤਾਂ ਅਸੀਂ ਮੈਦਾਨ 'ਚ ਉਹਨਾਂ ਨਾਲ ਲੜ ਰਹੇ ਆ, ਇੱਕ ਸਰਕਾਰ ਨੇ ਕੀ ਕਰਨਾ ਹੁੰਦਾ, ਆਪਦਾ ਇੱਕ ਬਿਰਤਾਂਤ ਰਚਦੀ ਆ ਉਹ। ਉੱਥੇ ਤੁਸੀਂ ਹੁਣ ਪੰਜਾਬ ਦੇ ਮੀਡੀਆ ਨੇ ਸਾਨੂੰ ਬਹੁਤ ਵੱਡਾ ਸਾਥ ਦਿੱਤਾ, ਪਰ ਉਹਨਾਂ ਦਾ ਇੱਕ ਇੰਬੈਡਡ ਮੀਡੀਆ ਵੀ ਆ, ਇੰਬੈਡਡ ਜਰਨਲਿਸਟ ਵੀ ਆ, ਜਿਹੜੇ ਉਹਨਾਂ ਦੇ ਹਮ ਬਿਸਤਰ ਜਰਨਲਿਸਟ ਆ, ਉਹ ਉਹਨਾਂ ਦਾ ਬਿਰਤਾਂਤ ਰਚਦੇ ਆ। ਤੋ ਸਰਕਾਰ ਦਾ ਕੰਮ ਹੁੰਦਾ ਜਿਹੜਾ ਨੈਰੇਟਿਵ ਰਚਨਾ, ਇਸ ਸੰਘਰਸ਼ ਨੂੰ ਵੀ ਬਦਨਾਮ ਕਰੋ, ਸੰਘਰਸ਼ ਦੇ ਨਾਲ ਜਿਹੜੇ ਬੰਦੇ ਆ ਜਾਂ ਸੰਘਰਸ਼ ਦੇ ਨਾਇਕ ਆ ਉਹਨਾਂ ਨੂੰ ਵੀ ਬਦਨਾਮ ਕਰੋ। ਸੋ ਜਿਹੜੇ ਬੰਦਿਆਂ ਤੇ ਸਾਡਿਆਂ ਤੇ ਪਰਚੇ ਪਾਏ ਇਹ ਕਹਿ ਕੇ ਕਿ ਵੇਖੋ ਇਹਨਾਂ ਨੇ ਤਾਂ ਇੱਥੇ ਹਿੰਸਾ ਕੀਤੀ, ਇਹ ਕਹਿ ਕੇ ਵੀ ਇਹ ਬੰਦੇ ਵਾਇਲੈਂਸ ਕਰਨ ਲੱਗੇ ਸੀ, ਇਹ ਬੰਦੇ ਤਾਂ ਇੱਥੇ ਕੋਈ ਹੋਰ ਮਕਸਦ ਲੈ ਕੇ ਆਏ ਸੀ। ਹਾਲਾਂਕਿ ਕੀਤਾ ਕੀ ਸੀ, ਆਪਾਂ 26 ਨੂੰ ਆਪਦਾ ਇੱਕ ਐਕਸਪ੍ਰੈਸ਼ਨ ਹੀ ਜ਼ਾਹਰ ਕੀਤਾ ਸੀ ਨਾ, ਕਿਸਾਨੀ ਝੰਡਾ ਨਿਸ਼ਾਨ ਸਾਹਿਬ ਤੇ ਉੱਥੇ ਸਾਈਡਾਂ ਤੇ ਤਿਰੰਗਾ ਵੀ ਚੜਿਆ। ਕਿਸੇ ਨੇ ਨਾ ਕਿਸਾਨੀ ਝੰਡੇ ਦੀ ਗੱਲ ਕੀਤੀ, ਨਾ ਤਿਰੰਗੇ ਦੀ ਗੱਲ ਕੀਤੀ, ਨਿਸ਼ਾਨ ਸਾਹਿਬ ਤੇ ਅਟੈਕ ਕਰਤਾ ਸਰਕਾਰ ਨੇ। ਸੋ ਉੱਥੋਂ ਪੰਜਾਬ ਨੂੰ ਜਾਂ ਉਹ ਸੰਘਰਸ਼ੀ ਬੰਦਿਆਂ ਨੂੰ ਜਿਹੜੇ ਸਟੇਟ ਦੇ ਨਾਲ ਚੱਲ ਕੇ ਸੰਘਰਸ਼ ਨਹੀਂ ਕਰਦੇ, ਉਹ ਮੱਥਾ ਲਾਉਂਦੇ ਆ ਸਟੇਟ ਨਾਲ, ਉਹਨਾਂ ਨੂੰ ਉੱਥੋਂ ਮਾਈਨਸ ਕਰਨਾ ਸੀ। ਤੇ ਉਹਨਾਂ ਨੇ ਬਹੁਤ ਸਹੀ ਢੰਗ ਨਾਲ ਇੱਕ ਨੈਰੇਟਿਵ ਰਚ ਕੇ ਕੀਤਾ। ਇਹ ਸੰਘਰਸ਼ ਦੇ ਲਹਿਰਾਂ ਦਾ ਹੀ ਇੱਕ ਵਹਾਅ ਹੁੰਦੇ ਆ, ਇਹ ਉਹਦੇ ਪਹਿਲੂ ਹੁੰਦੇ ਆ, ਇਹਨਾਂ ਨਾਲ ਵੀ ਲੜਨਾ ਪੈਂਦਾ। ਸੋ ਲੜਦੇ ਹੀ ਆ ਰਹੇ ਆ ਉਦੋਂ ਦੇ ਆਪਾਂ। ਫਿਰ ਮਾਹੌਲ ਬਣਿਆ ਕਿਉਂਕਿ ਉਹਨਾਂ ਨੇ ਤਾਂ 19 ਕੁ ਫੁੱਟੇ ਚੱਕੀ ਨਾ, ਉੱਥੇ ਜਿਹੜਾ ਮਾਹੌਲ ਬਣਿਆ ਉਹ ਮਾਹੌਲ ਕਿਉਂ ਬਣਿਆ? ਦੀਪ ਸਿੱਧੂ ਹੁਣਾਂ ਨੂੰ ਕਿਉਂ, ਕੀ ਲੱਗਦਾ ਉੱਥੇ ਜਿਹੜੀ ਘਟਨਾ ਹੋਈ, ਟਕਰਾਅ ਜਿਹੜਾ ਹੋਇਆ ਉਹ ਕਿਉਂ ਹੋਇਆ, ਕੀ ਲੱਗਦਾ? ਫਿਰ ਟਕਰਾਅ ਤਾਂ ਪੁਲਿਸ ਦੀ ਗਲਤੀ ਸੀ ਜੀ। ਬਹੁਤ ਸ਼ਾਂਤਮਈ ਢੰਗ ਨਾਲ ਹਰ ਬੰਦਾ, ਤੁਸੀਂ ਦੇਖੋ ਇੰਨੇ ਸਾਡੇ ਬੰਦੇ ਦਿੱਲੀ ਗਏ, ਕੋਈ ਦੁਕਾਨ ਲੁੱਟੀ, ਕੋਈ ਘਰ ਲੁੱਟਿਆ, ਕਿਸੇ ਹੋਰ ਤਰ੍ਹਾਂ ਦਾ ਅਸੀਂ ਨੁਕਸਾਨ ਕੀਤਾ। ਉੱਥੇ ਜਿਹੜੇ ਦਿੱਲੀ 'ਚ ਰਹਿਣ ਵਾਲੇ ਨਾਗਰਿਕ ਆ ਉਹ ਤਾਂ ਸਾਨੂੰ ਫੁੱਲ ਸਿੱਟ ਬੁਲਾ ਰਹੇ ਆ, ਹੈ ਨਾ। ਪੁਲਿਸ ਨੇ ਜਦੋਂ ਉੱਥੇ ਲਾਠੀ ਚਾਰਜ ਸ਼ੁਰੂ ਕੀਤਾ ਤੇ ਫਿਰ ਬਾਬਾ ਜੀ ਵਰਗੇ ਅਣਖੀ ਯੋਧੇ ਜਿਹੜੇ ਸਾਡੀਆਂ ਨਿਹੰਗ ਸਿੰਘ ਫੌਜਾਂ ਸੀ ਉਹ ਪੈ ਗਈਆਂ ਪੁਲਿਸ ਨੂੰ। ਪੁਲਿਸ ਨੂੰ ਜਦੋਂ ਪੈ ਗਈਆਂ ਤਾਂ ਫਿਰ ਉਹ ਪੁਲਿਸ ਲੋਕ ਵੀ ਪੈ ਗਏ। ਉਦੋਂ ਬਾਅਦ ਸਾਡੇ ਬੰਦਿਆਂ ਨੇ ਪੁਲਿਸ ਨੂੰ ਬਚਾਇਆ ਵੀ ਆ, ਉੱਤੇ ਲਿਟ ਉਹ ਨਹੀਂ ਕਿਸੇ ਨੇ ਦਿਖਾਇਆ, ਬਸ ਉਹ ਜਿਹੜੀਆਂ ਉਹਨਾਂ ਨੇ ਛਾਲਾਂ ਮਾਰੀਆਂ ਉਹ ਦਿਖਾਈ ਗਏ। ਤੇ ਫਿਰ ਕਿਸ ਤਰ੍ਹਾਂ ਸਾਨੂੰ ਬਦਨਾਮੀ ਝੱਲਣੀ ਪਈ ਵੀ ਵੇਖੋ ਤੁਸੀਂ ਕੀ ਕੀਤਾ ਸੀ। ਸਾਡੀ ਲੜਾਈ ਪੁਲਿਸ ਵਾਲਿਆਂ ਨਾਲ ਥੋੜ੍ਹੀ ਆ, ਪੁਲਿਸ ਤਾਂ ਸਾਡੇ ਨਾਲ ਖੜੀ ਆ ਇੱਥੇ। ਉਹ ਤਾਂ ਆਪ ਕਹਿ ਰਹੇ ਆ ਅਸੀਂ ਕਿਸਾਨਾਂ ਦੇ ਪਰਿਵਾਰ 'ਚੋਂ ਆ। ਅਸੀਂ ਤਾਂ ਸਰਕਾਰ, ਮੋਦੀ ਸਰਕਾਰ ਨਾਲ, ਸੈਂਟਰ ਸਰਕਾਰ ਨਾਲ ਲੜ ਰਹੇ ਸੀ। ਅੱਜ ਵੀ ਲੜਾਈ ਉਹ ਜਾਰੀ ਆ। ਅਸੀਂ ਕਾਨੂੰਨ ਰੱਦ ਕਰਾਉਣ ਵਾਸਤੇ ਆਪਦੀ ਲੜਾਈ ਲੜ ਰਹੇ ਹਾਂ। ਬਦਨਾਮ ਉਹ ਜਿੰਨਾ ਮਰਜ਼ੀ ਕਰੇ ਜਾਣ। ਦੀਪ ਸਿੱਧੂ ਨੇ ਮੋਰਚੇ ਨੂੰ ਡੈਮੇਜ ਕੀਤਾ ਸੀ, ਦੀਪ ਸਿੱਧੂ ਮੰਨਦੇ ਹੋ ਕਿ ਮੋਰਚੇ ਨੂੰ ਦੀਪ ਸਿੱਧੂ ਨੇ ਢਾਹ ਲਾਈ ਜਾਂ ਡੈਮੇਜ ਕਰਦੇ ਹੋ? ਇਹ ਨਾ ਬਾਈ ਜੀ, ਇਹ ਗੱਲਾਂ ਜਿਹੜੀਆਂ ਹੁੰਦੀਆਂ ਮੋਰਚਿਆਂ ਨੂੰ ਨਾ ਕਿਸੇ ਇੱਕ ਬੰਦੇ ਦੇ ਨਾਲ ਆਈਡੈਂਟੀਫਾਈ ਨਾ ਕਰੋ ਤੁਸੀਂ। ਐਡਾ ਵੱਡਾ ਵਹਿਣ, ਉਸ ਵਹਿਣ 'ਚ, ਉਸ ਫਲੋ 'ਚ ਕੀ ਵਾਪਰਨਾ ਹੁੰਦਾ, ਉੱਥੇ ਦੀਪ ਸਿੱਧੂ ਹੁੰਦਾ ਕਿ ਨਾ ਹੁੰਦਾ ਕੋਈ ਫਰਕ ਨਹੀਂ ਸੀ। ਉਹ ਸਾਰਾ ਵਰਤਾਰਾ ਉਵੇਂ ਹੀ ਵਾਪਰਨਾ ਸੀ। ਉਹ ਉਹਦੇ ਹੁਕਮ 'ਚ ਸੀ। ਆ ਬਾਬਾ ਜੀ ਦੀ ਗੱਲ ਸੁਣ ਲਓ ਤੁਸੀਂ, ਪ੍ਰਤੱਖ ਆ ਗੱਲ ਇਹ, ਉਹਦੇ ਹੁਕਮ 'ਚ ਸੀ। ਜਿੱਥੋਂ ਜਿਹੜੇ ਕਿਲੇ 'ਚੋਂ ਸ਼ਾਹੀ ਕਾਜ਼ੀ ਨੇ, ਬਾਬਾ ਜੀ ਔਰੰਗਜ਼ੇਬ ਦੇ ਸ਼ਾਹੀ ਕਾਜ਼ੀ ਨੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਹੁਕਮਨਾਮਾ ਪੜ੍ਹਿਆ, ਉੱਥੇ ਅੱਜ ਜਾ ਕੇ 9ਵੇਂ ਪਾਤਸ਼ਾਹ ਦਾ ਨਿਸ਼ਾਨ ਫੇਰ ਝੂਲ ਗਿਆ। ਤੇ ਉਹ ਰਿਆਸਤਾਂ ਕਿਤੇ ਨਹੀਂ ਆ, ਉਹ ਹੁਕਮਰਾਨ ਕਿਤੇ ਨਹੀਂ ਆ, ਉਹਨਾਂ ਦੇ ਨਿਸ਼ਾਨ ਕਿਤੇ ਨਹੀਂ ਆ। ਸੋ ਕਿਹਦੇ ਭਾਣੇ 'ਚ ਗੱਲ ਹੋਈ ਆ, ਜੇ ਅਸੀਂ ਨਹੀਂ ਹਜੇ ਸਮਝ ਰਹੇ ਗੱਲਾਂ ਨੂੰ ਤਾਂ ਇਹ ਸਾਡੀ ਬਦਕਿਸਮਤੀ ਆ ਇਹ। ਸੋ ਇਹ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਆ। ਪਰ ਗੱਲ ਜਿਹੜੀ ਆਪਾਂ ਕਰ ਰਹੇ ਸੀ ਵੀ ਮੈਂ ਮੋਰਚੇ ਨੂੰ ਢਾਹ ਲਾਈ ਜਾਂ ਕਿਸੇ ਹੋਰ ਨੇ ਲਾਈ, ਇਹ ਗੱਲ ਨਹੀਂ ਹੁੰਦੀ। ਮੋਰਚਾ ਚੜ੍ਹਦੀ ਕਲਾ 'ਚ ਸੀ। ਮੋਰਚਾ ਇੱਕ ਵਹਿਣ 'ਚ ਵਹਿ ਰਿਹਾ ਸੀ, ਵਹਿਣ ਸੰਗਤ ਦਾ ਸੀ। ਉੱਥੇ ਕੋਈ ਹੁੰਦਾ ਨਾ ਹੁੰਦਾ, ਉਹ ਵਹਿਣ ਨੇ ਉਵੇਂ ਹੀ ਵਹਿਣਾ ਸੀ। ਸਾਡੀ ਡਿਊਟੀ ਕੀ ਬਣਦੀ ਸੀ, ਉਸ ਵਹਿਣ ਨੂੰ ਪਛਾਣ ਕੇ, ਉਸ ਵਹਿਣ ਨੂੰ ਪਛਾਣ ਕੇ ਉਹਦੇ ਨਾਲ ਖੜਨਾ, ਉਹਦੀ ਕਲਾ 'ਚ, ਵਾਹਿਗੁਰੂ ਦੀ ਕਲਾ 'ਚ ਵਿਸ਼ਵਾਸ ਰੱਖ ਕੇ, ਭਰੋਸਾ ਰੱਖ ਕੇ 10ਵੇਂ ਪਾਤਸ਼ਾਹ ਦੀ ਇਸ ਮਿਹਰ 'ਚ
ਵੀ ਜੋ ਕਰਾਇਆ ਉਸ ਗੁਰੂ ਨੇ ਕਰਾਇਆ। ਸੋ ਨਾਲ ਖੜਨਾ, ਅਸੀਂ ਸਰਕਾਰ ਦਾ ਸਾਥ ਨਹੀਂ ਦੇਣਾ ਹੁੰਦਾ। ਸੰਘਰਸ਼ ਇਲਜ਼ਾਮ ਇਹ ਵੀ ਲੱਗਦੇ ਸੀ ਨਾ, ਦੀਪ ਸਿੱਧੂ ਤਾਂ ਆਰਐਸਐਸ ਦਾ ਬੰਦਾ, ਪੁਰਾਣੀਆਂ ਫੋਟੋਆਂ ਤੁਹਾਡੀਆਂ ਚੱਕ ਕੇ ਸਨੀ ਦਿਓਲ ਦੇ ਨਾਲ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਸਾਰੀਆਂ ਫੋਟੋਆਂ ਪੁਰਾਣੀਆਂ ਚੱਕ ਕੇ ਕਹਿੰਦੇ ਦੀਪ ਸਿੱਧੂ ਤਾਂ ਆਰਐਸਐਸ ਦਾ ਬੰਦਾ। ਇਸੇ ਕਰਕੇ ਉਹਨਾਂ ਨੇ ਪਲਾਨ ਕਰਕੇ ਪਲਾਂਟ ਕਰਤਾ ਸੀਗਾ ਦੀਪ ਸਿੱਧੂ ਮੋਰਚੇ ਦੇ ਵਿੱਚ, ਤੰਬੂ ਵੀ ਲਵਾਤਾ ਸੀ। ਗੱਲ ਆਏ ਆ ਵੀ ਇੱਕ ਬੰਦਾ ਪਲਾਂਟ ਕਰਕੇ ਸਾਰੇ ਮੋਰਚੇ ਨੂੰ ਢਾਹ ਲਾਜੂ, ਸੋਚਣ ਵਾਲੀ ਗੱਲ ਆ। ਲਾਜੂ ਫਿਰ ਦੀਪ ਸਿੱਧੂ ਪਿਛਲੇ 1 ਸਾਲ ਤੋਂ ਕਿਹੜਾ ਨੈਰੇਟਿਵ ਥਰੋ ਕਰ ਰਿਹਾ? ਦੀਪ ਸਿੱਧੂ ਮੰਨ ਲਓ ਬੀਜੇਪੀ ਦਾ, ਪਰ ਦੀਪ ਸਿੱਧੂ ਕਹਿ ਕੀ ਰਿਹਾ? ਦੀਪ ਸਿੱਧੂ ਨੇ ਆ ਕੇ ਆਪਦੇ ਪੰਜਾਬ ਦੀ ਗੱਲ ਕੀਤੀ, ਸੰਤਾਂ ਦੀ ਗੱਲ ਕੀਤੀ, ਸ਼ਹੀਦਾਂ ਦੀ ਗੱਲ ਕੀਤੀ, ਗੁਰੂਆਂ ਦੀ ਗੱਲ ਕੀਤੀ, ਵੱਧ ਅਧਿਕਾਰਾਂ ਦੀ ਗੱਲ ਕੀਤੀ ਪੰਜਾਬ ਦੇ ਸੂਬੇ ਦੇ। ਦੀਪ ਸਿੱਧੂ ਨੇ ਫੈਡਰਲ ਢਾਂਚੇ ਦੀ ਗੱਲ ਕੀਤੀ। ਦੀਪ ਸਿੱਧੂ ਨੇ ਸਾਡੇ ਸੰਘਰਸ਼ੀ ਬੰਦਿਆਂ ਦੀ ਗੱਲ ਕੀਤੀ। ਦੀਪ ਸਿੱਧੂ ਨੇ ਸਾਡੇ ਹੱਕਾਂ ਦੀ ਗੱਲ ਕੀਤੀ। ਤੇ ਉਹ ਗੱਲ ਤਾਂ ਸਾਡੇ ਪੰਜਾਬ ਤੋਂ ਬਾਹਰ ਨਹੀਂ ਹੈ ਨਾ। ਫਿਰ ਇਹੋ ਜਿਹੇ ਬੰਦੇ ਤਾਂ ਅਸੀਂ ਬਾਰ-ਬਾਰ ਕਹਿ ਰਹੇ ਹਾਂ ਵੀ ਹੋਰ 5 7 10 ਲੈ ਕੇ ਆਓ ਜਿਹੜੇ ਇਹ ਗੱਲਾਂ ਕਰਨ, ਕਿਉਂਕਿ ਅਸਲ ਮੁੱਦਿਆਂ ਦੀ ਲੜਾਈ ਸਾਡੇ ਪਾਣੀਆਂ ਦੀ ਲੜਾਈ ਆ, ਸਾਡੇ ਪ੍ਰਵਾਸ ਦੀ ਲੜਾਈ ਆ ਇੱਥੇ, ਹਨਾ। ਸਾਡੇ ਮੁੱਦੇ ਕੀ ਆ ਪੋਲਿਟਿਕਸ ਦੇ? ਮੈਂ ਕਦੋਂ ਦਾ ਕਹਿ ਰਿਹਾ ਇਹ ਗੱਲਾਂ। ਸਾਨੂੰ ਉੱਥੋਂ ਅੱਜ ਕੇਜਰੀਵਾਲ ਆ ਕੇ ਇਹ ਗੱਲ ਕਹਿ ਦਿੰਦੇ ਆ ਵੀ ਅਸੀਂ ਤੁਹਾਨੂੰ ਫ੍ਰੀ ਬਿਜਲੀ ਦਿੰਦੇ ਆ। ਨਹੀਂ, ਸਾਨੂੰ ਨਹੀਂ ਚਾਹੀਦੀ। ਅਸੀਂ ਬੜੇ ਸਮਰੱਥ ਲੋਕ ਆ, ਸਾਨੂੰ ਸਾਡੇ ਗੁਰੂ ਨੇ ਬੜਾ ਕੁਝ ਬਖਸ਼ਿਆ। ਸਾਨੂੰ ਸਾਡੇ ਪਾਣੀਆਂ ਦਾ ਮੁੱਲ ਹੀ ਦੇ ਦਿਓ ਜਿਹੜਾ ਦਿੱਲੀ ਨੂੰ ਜਾਂਦਾ, ਤੁਸੀਂ ਉੱਥੋਂ ਦੇ CMO। ਮੈਂ ਇੱਕ ਐਗਜ਼ਾਮਪਲ ਦੇ ਰਿਹਾ। ਆਪਾਂ ਤਾਂ ਨਿਰਵੈਰ ਤੇ ਨਿਰਭਉ ਬੰਦੇ ਆ। ਸੋ ਇਹਨਾਂ ਦਾ ਕੰਮ ਹੁੰਦਾ ਮੈਨੀਪੂਲੇਟ ਕਰਨਾ, ਹਰ ਗੱਲ ਨੂੰ ਵਰਗਲਾ ਕੇ ਲੋਕਾਂ ਦੀ ਮਾਨਸਿਕਤਾ ਬਦਲਣੀ, ਉਸ ਬਦਲਦੀ ਮਾਨਸਿਕਤਾ ਤੇ ਆਪਦਾ ਕੁਛ ਲੈ ਕੇ ਆਉਣਾ ਤੇ ਸਾਨੂੰ ਸੰਘਰਸ਼ ਨਾਲੋਂ ਤੋੜਨਾ। ਸਾਨੂੰ ਕਿਵੇਂ ਟੋਟਿਆਂ 'ਚ ਵੰਡਤਾ ਤੁਸੀਂ ਵੇਖੋ, ਵੰਡੇ ਗਏ ਆ ਨਾ। ਹਜੇ ਵੀ ਟਾਈਮ ਇਹ ਆ ਵੀ ਇਕੱਠੇ ਹੋ ਜਾਈਏ। ਜੇ ਇਕੱਠੇ ਹੋ ਕੇ ਸੰਘਰਸ਼ ਲੜਾਂਗੇ ਬਾਈ, ਦੇਖੋ ਜਿਹੜੀ ਤਾਕਤ ਆ ਨਾ ਏਕੇ 'ਚ, ਉਹ ਤੋਂ ਸਰਕਾਰ ਡਰਦੀ ਆ। ਜਦੋਂ ਹੁਣ ਮੈਂ ਇਕੱਲਾ ਰਹਿ ਗਿਆ, ਹੋਰ 10 ਬੰਦੇ ਇਕੱਲੇ ਰਹਿ ਗਏ, ਇਕੱਲੇ ਨੂੰ ਟਾਰਗੇਟ ਕਰਨਾ ਬਹੁਤ ਸੌਖਾ। ਜਦੋਂ ਅਸੀਂ ਇਕੱਠੇ ਇੱਕ ਗੱਲ ਬੋਲਾਂਗੇ ਫਿਰ ਉਹਨਾਂ ਦਾ ਵੱਸ ਨਹੀਂ ਚੱਲਦਾ, ਉਹ ਤੋਂ ਸਰਕਾਰ ਡਰਦੀ। ਬਾਤ ਕਰੋਗੇ ਜਥੇਬੰਦੀਆਂ ਦੇ ਨਾਲ ਕਿ ਦੀਪ ਸਿੱਧੂ ਦੁਬਾਰਾ ਮੋਰਚੇ ਦਾ ਹਿੱਸਾ ਹੋਵੇ? ਬਈ ਮੈਂ ਤਾਂ ਹਿੱਸਾ ਹੈਗਾ ਹੀ ਆ। ਮੈਂ ਪਹਿਲੇ ਦਿਨ ਜੇਲ੍ਹ 'ਚੋਂ ਨਿਕਲ ਕੇ ਵੀ ਇਹੀ ਗੱਲ ਕਹੀ ਸੀ ਵੀ ਮੈਂ ਤਾਂ ਸੋਲਜਰ ਹਾਂ ਤੁਹਾਡਾ, ਤੁਸੀਂ ਸਾਨੂੰ ਹੁਕਮ ਤਾਂ ਲਾਓ। ਸੋ ਇਸ ਕਰਕੇ ਆਪਾਂ ਕਦੋਂ ਦੀ ਤਾਂ ਇਹ ਗੱਲ ਕਰ ਰਹੇ ਹਾਂ। ਮੈਂ ਤਾਂ ਓਪਨ ਲੈਟਰ ਤੱਕ ਲਿਖੇ ਸਾਡੇ ਜਿਹੜੇ ਆਗੂਆਂ ਨੂੰ। ਸੋ ਇਸ ਕਰਕੇ ਗੱਲਾਂ ਨੂੰ ਹੁਣ ਬੜੀ ਸੁਹਿਰਦਤਾ ਨਾਲ ਸਾਨੂੰ ਦੇਖਣਾ ਪਊਗਾ। ਸਾਰੇ ਵਰਤਾਰੇ ਨੂੰ ਬੜਾ ਸੁਹਿਰਦਤਾ ਨਾਲ ਸਮਝਣਾ ਪਊਗਾ। ਲਹਿਰਾਂ 'ਚ ਬੜਾ ਕੁਝ ਹੁੰਦਾ, ਉਹ ਸਾਰੇ ਪਹਿਲੂਆਂ ਨੂੰ, ਉਹ ਸਾਰੇ ਐਸਪੈਕਟਸ ਨੂੰ ਸਮਝਣਾ ਤਾਂ ਐਟਲੀਸਟ ਸਾਡੀ ਤਾਂ ਡਿਊਟੀ। ਅਸੀਂ ਤਾਂ ਸਰਕਾਰ ਦੇ, ਤੁਸੀਂ ਤਾਂ ਸਰਕਾਰ ਦੇ ਬੰਦੇ ਨਹੀਂ ਹੋ ਨਾ, ਹੈ ਨਾ। ਉਹ ਸਾਰੇ ਪਹਿਲੂਆਂ ਨੂੰ ਤੁਸੀਂ ਮੈਨੂੰ ਕਿੰਨੇ ਵਾਰੀ ਆਪਾਂ ਇੰਟਰਵਿਊਜ਼ ਕੀਤੀਆਂ, ਕਦੋਂ ਦੇ ਆਪਾਂ ਹੀ ਬੈਠੇ ਆ। ਸਰਕਾਰ ਦੇ ਬੰਦੇ ਲੁਕਵੇਂ ਰੂਪ 'ਚ ਲਹਿਰਾਂ 'ਚ ਪਲਾਂਟ ਕੀਤੇ ਜਾਂਦੇ ਆ ਤੇ ਕਿਸੇ ਜਗ੍ਹਾ ਤੇ ਪਲਾਂਟ ਕੀਤੇ ਜਾਂਦੇ ਆ। ਦੀਪ ਸਿੱਧੂ ਨਾ ਕਿਸੇ ਮੀਟਿੰਗ ਦਾ ਹਿੱਸਾ, ਦੀਪ ਸਿੱਧੂ ਕੋਲੇ ਨਾ ਕੋਈ ਜਥੇਬੰਦੀ ਆ, ਦੀਪ ਸਿੱਧੂ ਕੋਲੇ ਨਾ ਕੋਈ ਆਪਦੀ ਇਹੋ ਜਿਹੀ ਬ੍ਰਿਗੇਡ ਆ ਜਿਹਨੂੰ ਕਹਿ ਦਿੰਦਾ ਵੀ ਇਹਨਾਂ ਦੇ ਉਲਟ ਚੱਲੋ ਓਏ। ਆਪਾਂ ਤਾਂ ਕਦੋਂ ਦੇ ਕਹਿ ਰਹੇ ਹਾਂ ਨਾਲ ਚੱਲੋ ਬਈ, ਏਕੇ 'ਚ ਚੱਲੋ। ਹੈਗੇ ਦੀਪ ਸਿੱਧੂ ਹੁਣਾਂ ਦੇ ਨਾਲ, ਇਸ ਕਰਕੇ ਮਾਹੌਲ ਬਣ ਜਾਂਦਾ। ਨਹੀਂ ਬਾਈ ਜੀ, ਐਂ ਨਹੀਂ ਨਾ ਹੁੰਦਾ। ਦੀਪ ਸਿੱਧੂ ਹੁਣੀ ਸੈਲੀਬ੍ਰਿਟੀ ਹੈਗੇ ਆ, ਲੋਕ ਫੋਲੋ ਕਰਦੇ ਆ, ਮੁੰਡੇ ਨਾਲ ਚੱਲ ਪੈਂਦੇ, ਨਾਲ ਤੁਰ ਪੈਂਦੇ। ਬਾਈ ਉੱਥੇ ਹੁਣ ਸਾਰੇ ਕਿੰਨੇ ਸੈਲੀਬ੍ਰਿਟੀ ਜਾ ਕੇ ਆਏ ਆ, ਕਿੰਨੇ, ਕੱਲਾ ਦੀਪ ਸਿੱਧੂ ਹੀ ਕੱਲਾ ਸੈਲੀਬ੍ਰਿਟੀ ਰਹਿ ਗਿਆ, ਹੋਰ ਕੋਈ ਸੈਲੀਬ੍ਰਿਟੀ ਨਹੀਂ ਆ। ਆਪਾਂ ਸਮਝੀਏ ਤਾਂ ਸਹੀ ਗੱਲ ਨੂੰ। ਸੋ ਵਾਕਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅਸੀਂ ਆਪਸ 'ਚ ਵੰਡੇ ਕਿਉਂ ਗਏ ਆ, ਜਾਂ ਸਾਡੇ ਕਈ ਬੰਦੇ ਸਾਡੀ ਕੌਮੀ ਜਾਂ ਕੌਮੀਅਤ ਤੋਂ ਕਿਉਂ ਪਾਸੇ ਹੋ ਗਏ, ਜਾਂ ਕਿਉਂ ਐਡਾ ਵੱਡਾ ਉਹਨਾਂ ਤੇ ਇੱਕ ਨੈਸ਼ਨਲਿਜ਼ਮ ਦਾ ਜਿਹੜਾ ਨੈਰੇਟਿਵ ਦਾ ਉਹਦਾ ਅਸਰ ਪੈ ਗਿਆ। ਕਿਉਂਕਿ ਅਸੀਂ ਇੱਕ ਇਹੋ ਜਿਹੇ ਦੌਰ 'ਚੋਂ ਲੰਘ ਰਹੇ ਹਾਂ, ਪੰਜਾਬ ਇੱਕ ਇਹੋ ਜਿਹੇ ਦੌਰ 'ਚੋਂ ਲੰਘ ਰਿਹਾ ਜਿਹਨੂੰ ਕਦੇ ਵੀ ਉਹ ਲੀਡਰਸ਼ਿਪ ਨਹੀਂ ਮਿਲੀ ਜਿਹੜੀ ਪੰਜਾਬ ਨੂੰ ਆਪਦੇ ਕੈਰੈਕਟਰ ਦਾ, ਸਾਡੇ ਲੋਕਾਂ ਨੂੰ ਆਪਦੇ ਕੈਰੈਕਟਰ ਦਾ ਤੇ ਆਪਦੀ ਹੋਂਦ ਦਾ ਅਹਿਸਾਸ ਕਰਾ ਸਕੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ ਸਾਡੇ ਕੋਲੇ ਨਹੀਂ ਮਿਲੀ ਸਾਨੂੰ ਲੀਡਰਸ਼ਿਪ ਜਿਹੜੀ ਆਪਦੀ ਹੋਂਦ ਦਾ, ਆਪਦੇ ਕਿਰਦਾਰ ਦਾ ਅਹਿਸਾਸ ਕਰਾ ਸਕੇ। ਅਸੀਂ ਹੌਲੀ ਹੌਲੀ ਆਪਦਾ ਕਿਰਦਾਰ ਛੱਡਦੇ ਜਾਂਦੇ ਹਾਂ, ਹੈ ਨਾ। ਹੁਣ ਬਾਬਾ ਜੀ ਕੋਲੇ 2 ਸ਼੍ਰੀ ਸਾਹਿਬ ਹੁੰਦੀਆਂ ਸੀ ਜਦੋਂ ਵੀ 17 'ਚ ਆਪਾਂ ਮਿਲਦੇ ਸੀ। ਇਹ ਕਿਰਦਾਰ ਆ। ਸਾਨੂੰ ਹਥਿਆਰ ਜਿਵੇਂ ਬਖਸ਼ਿਆ ਗਿਆ, ਹਥਿਆਰ ਸਾਡੇ ਕੋਲੇ ਮਜਲੂਮਾਂ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਕਰਨ ਵਾਸਤੇ ਬਖਸ਼ਿਆ ਗਿਆ। ਅਸੀਂ ਕਦੇ ਰਿਐਕਟਿਵ ਲੋਕ ਨਹੀਂ ਆ ਵੀ ਦਿੱਲੀ 'ਚ ਜੈਨੋਸਾਈਡ ਹੋਇਆ ਤੇ ਅਸੀਂ ਪੰਜਾਬ 'ਚ ਬਦਲਾ ਲੈਣ ਲੱਗ ਗਏ। ਐਂ ਤਾਂ ਨਹੀਂ ਹੋਇਆ ਨਾ ਕਦੇ। ਪੰਜਾਬ 'ਚ ਕੋਈ ਘਟਨਾ ਨਹੀਂ ਵਾਪਰੀ।
ਪਰ ਸਟੇਟ ਕੀ ਕਰਦੀ ਆ, ਸਟੇਟ ਇਹੋ ਜਿਹਾ ਨੈਰੇਟਿਵ ਕ੍ਰੀਏਟ ਕਰਦੀ ਆ। ਉਹਨਾਂ ਕੋਲੇ ਤਾਂ ਅੱਜ ਆਪਾਂ ਗੱਲ ਕਹਿਣੀ ਆ, ਮੈਂ ਇੱਕ ਗੱਲ ਕਹਿਣੀ ਆ, ਇਕੱਲੇ ਤੁਹਾਡੇ ਚੈਨਲ ਤੇ ਜਾਊ, ਉਹਨਾਂ ਕੋਲੇ 100 ਚੈਨਲ ਆ, ਹਜ਼ਾਰਾਂ ਚੈਨਲ ਆ, ਹਜ਼ਾਰਾਂ ਬੰਦੇ ਆ, ਇੱਕੋ ਵਾਰ 'ਚ ਹੀ ਪੇਸ਼ ਕਰ ਦੇਣਗੇ। ਫਿਰ ਆਪਣੀ ਇੱਕ ਗੱਲ ਤਾਂ ਕਿਤੇ ਦੀਨੀ ਵੀ ਨਹੀਂ, ਹਨਾ। ਸੋ ਗੱਲ ਜਿਹੜੀ ਆਪਾਂ ਅੱਜ ਕਰ ਰਹੇ ਹਾਂ ਨਾ ਵੀ ਕੱਲਾ ਦੀਪ ਸਿੱਧੂ ਲੈ ਗਿਆ, ਇਹ ਤਾਂ ਉਹ ਹਜ਼ਾਰਾਂ ਬੰਦਿਆਂ ਨੇ ਕ੍ਰੀਏਟ ਕੀਤੀ ਹੋਈ ਗੱਲ ਆ। ਲਹਿਰਾਂ ਦੇ ਵਹਿਣ ਜਿਹੜੇ ਹੁੰਦੇ ਆ ਨਾ, ਉਹਦੇ ਕੱਲਾ ਬੰਦਾ ਤਿਣਕੇ ਵਰਗਾ, ਉਹ ਜੇ ਕੁਝ ਕਰਨਾ ਵੀ ਚਾਹਵੇ, ਉਹ ਜਿਹੜਾ ਤੂਫਾਨ ਆ, ਉਹ ਜਿਹੜਾ ਵਹਿਣ ਆ, ਉਹਨੂੰ ਉਡਾ ਕੇ ਕਿਤੇ ਹੋਰ ਲੈ ਜੂ। ਉਹਨੇ ਜਿੱਧਰ ਨੂੰ ਵਹਿਣਾ ਹੁੰਦਾ ਉਧਰ ਨੂੰ ਹੀ ਵਹਿਣਾ ਹੁੰਦਾ। ਮੋਰਚੇ ਨੂੰ ਲੈ ਕੇ ਦੀਪ ਸਿੱਧੂ ਹੁਣਾਂ ਦਾ ਜੇ ਮੈਂ ਵਿਜ਼ਨ ਪੁੱਛਾਂ ਤਾਂ ਵਿਜ਼ਨ ਕੀ ਹੈ? ਦੇਖੋ, ਮੋਰਚਾ ਇਸ ਸਮੇਂ ਜਿਸ ਢੰਗ ਨਾਲ ਚੱਲ ਰਿਹਾ, ਤਾਂ ਮੈਂ ਉਹੀ ਗੱਲ ਕਹਿਣਾ ਹੁੰਦਾ, ਅਸੀਂ ਉੱਥੇ ਬੈਠੇ ਹਾਂ ਸਰਕਾਰ ਤੇ ਪ੍ਰੈਸ਼ਰ ਪਾਉਣ ਲਈ। ਸਰਕਾਰ ਦੀਆਂ ਗੱਲਾਂ ਮੰਨ ਕੇ ਤੇ ਅਸੀਂ ਇਹ ਕਹੀਏ ਵੀ ਅਸੀਂ ਆਪਦੀ ਸੰਸਦ ਚਲਾਉਣੇ ਆ। ਦੇਖੋ, ਉਹਦੇ ਨਾਲ ਇੱਕ ਨੈਰੇਟਿਵ ਦੀ ਲੜਾਈ ਤਾਂ ਲੜੀ ਜਾ ਸਕਦੀ ਆ ਵੀ ਦੇਖੋ ਸਾਡੇ, ਪਰ ਉਹ ਨੈਰੇਟਿਵ ਦੀ ਲੜਾਈ ਅਸੀਂ ਪਿਛਲੇ 10 ਮਹੀਨਿਆਂ ਤੋਂ ਲੜਦੇ ਆ ਰਹੇ ਹਾਂ। ਅਸੀਂ 26 ਨੂੰ ਇੱਕ ਪ੍ਰੈਸ਼ਰ ਹੀ ਕ੍ਰੀਏਟ ਕੀਤਾ ਸੀ ਨਾ, 26 ਤੋਂ ਪਹਿਲਾਂ ਉਹ ਪ੍ਰੈਸ਼ਰ ਹੀ ਕ੍ਰੀਏਟ ਕਰਦੇ ਆ ਰਹੇ ਸੀ। ਤੋ ਸੰਘਰਸ਼ੀ ਬੰਦਿਆਂ ਦਾ ਕੰਮ ਇਹ ਹੁੰਦਾ ਵੀ ਸਰਕਾਰਾਂ ਤੇ ਪ੍ਰੈਸ਼ਰ ਪਾਓ ਤੇ ਸਰਕਾਰ ਉਸ ਪ੍ਰੈਸ਼ਰ ਅਧੀਨ ਤੁਹਾਡੀਆਂ ਮੰਗਾਂ ਮੰਨੇ। ਅੱਜ ਜੇ ਅਸੀਂ ਇਹ ਕਹਾਂਗੇ ਵੀ 200 ਬੰਦਿਆਂ ਦੀ ਪਰਮਿਸ਼ਨ ਹੈ ਜੀ, ਤੇ ਇਹ ਕਹਾਂਗੇ ਵੀ ਉਹ ਸਾਨੂੰ ਆਈਡੈਂਟੀ ਕਾਰਡ ਦੇਣਗੇ, ਸਾਨੂੰ ਆਧਾਰ ਕਾਰਡ ਦਿਖਾਉਣਾ ਪਊ, ਤੇ ਓਨੇ ਕੁ ਬੰਦੇ ਜਾ ਕੇ ਉੱਥੇ ਬੈਠਣਗੇ, ਮੈਨੂੰ ਐਂ ਲੱਗਦਾ ਕਿਤੇ ਨਾ ਕਿਤੇ ਉਹ ਪ੍ਰੈਸ਼ਰ ਅਸੀਂ ਲੂਜ਼ ਕਰ ਰਹੇ ਹਾਂ। ਉੱਥੇ ਤਾਂ ਕੇਰਲਾ ਵਾਲੇ ਕਿਸਾਨ 1 ਸਾਲ ਮੂੰਹਾਂ 'ਚ ਚੂਹੇ ਪਾ ਕੇ, ਹੱਥਾਂ 'ਚ ਖੋਪੜੀਆਂ ਫੜ ਕੇ ਬੈਠੇ ਰਹੇ। ਯੂ ਨੋ ਦਿਸ ਗਵਰਨਮੈਂਟ ਡਿਡ ਨਥਿੰਗ, ਯੂ ਨੋ। ਸੋ ਇੱਥੋਂ ਇਸ ਸਰਕਾਰ ਦਾ ਕੈਰੈਕਟਰ ਵੀ ਪਤਾ ਲੱਗਦਾ। ਇਹ ਫਾਸਿਜ਼ਮ ਆ, ਉਹਨਾਂ ਨੇ ਇੱਕ ਆਪਦੀ ਫਾਸਿਸਟ ਕੌਨਸਟੀਟੂਐਂਸੀ ਤਿਆਰ ਕਰ ਲਈ ਆ। ਸਾਡੀ ਲੜਾਈ ਕੱਲੀ ਸਰਕਾਰ ਦੇ ਵਿਰੁੱਧ ਨਹੀਂ ਆ, ਉਸ ਫਾਸਿਸਟ ਕੌਨਸਟੀਟੂਐਂਸੀ ਦੇ ਵੀ ਵਿਰੁੱਧ ਲੜ ਰਹੇ ਹਾਂ ਅਸੀਂ। ਸੋ ਬਹੁਤ ਵੱਡੀ ਜ਼ਿੰਮੇਵਾਰੀ ਆ ਬਾਈ, ਬੜੀ ਵੱਡੀ ਸਾਡੀ ਲੜਾਈ ਆ। ਸਾਡੀ ਅਰਦਾਸ ਆ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਗੇ ਵੀ ਆਪਾਂ ਜਿੱਤ ਕੇ ਤੇ ਪੰਜਾਬ ਨੂੰ ਢੋਲ ਵਜਾਉਂਦੇ ਹੋਏ, ਭੰਗੜੇ ਪਾਉਂਦੇ ਹੋਏ ਮੁੜ ਗਏ। ਦੀਪ ਸਿੱਧੂ ਹੁਣੀ ਪਹੁੰਚੇ ਸੀ ਮਟਕਾ ਚੌਂਕ। ਮਟਕਾ ਚੌਂਕ ਦਾ ਨਾਮ ਗੂਗਲ ਨੇ ਬਦਲ ਕੇ ਕਰ ਦਿੱਤਾ ਹੈ। ਗੂਗਲ ਮੈਪ ਤੇ ਤੁਸੀਂ ਪਾਓਗੇ ਮਟਕਾ ਚੌਂਕ ਤਾਂ ਉੱਥੇ ਤੁਹਾਨੂੰ ਨਜ਼ਰ ਆਏਗਾ ਬਾਪੂ ਲਾਭ ਸਿੰਘ ਚੌਂਕ ਲਿਖਿਆ ਹੋਇਆ। ਦੀਪ ਸਿੱਧੂ ਹੁਣੇ ਵੀ ਮਿਲਣ ਵਾਸਤੇ ਪਹੁੰਚੇ ਸੀ। ਦੀਪ ਸਿੱਧੂ ਹੁਣੀ ਕਹਿੰਦੇ ਕਿ ਸਾਡਾ ਟਾਰਗੇਟ, ਸਾਡਾ ਟੀਚਾ ਇਹੋ ਹੈ ਕਿ ਮੋਰਚੇ ਨੂੰ ਜਿੱਤ ਕੇ ਵਾਪਸ ਪੰਜਾਬ ਪਰਤੀਏ ਤੇ ਖੁਸ਼ੀ-ਖੁਸ਼ੀ ਢੋਲ ਵਜਾਉਂਦੇ, ਖੁਸ਼ੀਆਂ ਮਨਾਉਂਦੇ ਵਾਪਸ ਪਰਤੀਏ। ਇਹੋ ਕੋਸ਼ਿਸ਼ ਹੈ, ਇਹੋ ਅਰਦਾਸ ਹੈ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।